ਅੱਜ ਅਸੀਂ ਪਹੁੰਚੇ ਹਾਂ ਫਗਵਾੜਾ ਦੇ ਵਿੱਚ ਸਰਦਾਨਾ ਹਾਊਸ, ਜਿੱਥੇ ਅਸੀਂ ਮਿਲਾਂਗੇ ਫੇਮਸ ਡਿਜ਼ਾਈਨਰ ਨਿਧੀ ਸਰਦਾਨਾ ਹੁਣਾਂ ਦੇ ਨਾਲ। ਜੋ ਅਸਲੀਅਤ ਹੈ ਤੁਹਾਡੀ ਉਹ ਹੈ ਕਿ ਤੁਹਾਡੀ ਖੁਦ ਦੀ ਨੇਚਰ ਕੈਸੀ ਹੈ। ਤੁਸੀਂ ਆਪਣੇ ਅਗਰ ਭਗਵਾਨ ਜੀ ਨੇ ਤੁਹਾਨੂੰ ਬਰਕਤ ਦਿੱਤੀ ਹੈ, ਤੁਸੀਂ ਉਹਨੂੰ ਕਿਸ ਤਰ੍ਹਾਂ ਸੇ हैंडल करते हो एंड किस तरह से कंपैशनेटली लोगों के साथ ट्रीट करते हो। ਜਾਣਾਂਗੇ ਉਹਨਾਂ ਦੀ ਕਿੱਦਾਂ ਦੀ ਰਹਿੰਦੀ ਹੈ ਰੂਟੀਨ ਲਾਈਫ। बट मेरे लिए सबसे इम्पॉर्टेंट बात ये है कि आई शुड बी अ गुड मदर। ਇੰਨਾ ਐਫਰਟ ਕਰਦੀ ਨਹੀਂ ਆਪਣੇ ਆਪ ਨੂੰ ਐਡਵਰਟਾਈਜ਼ ਕਰਨ ਲਈ ਜਿੰਨਾ ਮੈਨੂੰ ਜਿਸਦਾ ਰਿਵਾਰਡ ਮਿਲ ਜਾਂਦਾ ਹੈ। ਸੋ ਦਿਸ ਆਈ ਫੀਲ ਦੈਟ ਆਈ ਹੈਵ ਮਾਈ ਗੁਰੂ ਔਨ ਮਾਈ ਹੈਡ। सारी कुड़ियाँ वी आर लाइक दैट, वी मल्टीटास्क। ਅੱਜ ਅਸੀਂ ਪਹੁੰਚੇ ਹਾਂ ਸਰਦਾਨਾ ਹਾਊਸ, ਜਿੱਥੇ ਅਸੀਂ ਮਿਲਾਂਗੇ ਫੇਮਸ ਡਿਜ਼ਾਈਨਰ ਨਿਧੀ ਸਰਦਾਨਾ ਹੁਣਾਂ ਦੇ ਨਾਲ। ਜਾਣਾਂਗੇ ਕੀ ਹੁੰਦੀ ਹੈ ਉਹਨਾਂ ਦੀ ਰੂਟੀਨ ਲਾਈਫ, ਕੀ ਕੁਝ ਉਹ ਕਰਦੇ ਨੇ ਤੇ ਕਿਵੇਂ ਉਹ ਇਸ ਮੁਕਾਮ ਤੱਕ ਪਹੁੰਚੇ ਨੇ, ਕਿਵੇਂ ਉਹਨਾਂ ਦਾ ਸ਼ੌਂਕ, ਉਹਨਾਂ ਦਾ ਪ੍ਰੋਫੈਸ਼ਨ ਬਣਿਆ। ਗੱਲਬਾਤ ਕਰਨ ਲਈ ਚੱਲਦੇ ਹਾਂ ਨਿਧੀ ਸਰਦਾਨਾ ਦੇ ਕੋਲ। ਅੱਜ ਅਸੀਂ ਪਹੁੰਚੇ ਹਾਂ ਫੇਮਸ ਡਿਜ਼ਾਈਨਰ ਨਿਧੀ ਸਰਦਾਨਾ ਜੀ ਦੇ ਕੋਲ, ਜਿਨ੍ਹਾਂ ਨਾਲ ਗੱਲਾਂ ਬਾਤਾਂ ਵੀ ਕਰਾਂਗੇ। ਉਹਨਾਂ ਦੀ ਡੇਲੀ ਰੂਟੀਨ ਕਿੱਦਾਂ ਦੀ ਹੈ। ਡਿਜ਼ਾਈਨਿੰਗ ਦੀ ਇੰਡਸਟਰੀ ਦੇ ਵਿੱਚ ਤਾਂ ਉਹਨਾਂ ਦਾ ਬਹੁਤ ਵੱਡਾ ਨਾਮ ਹੈ, ਕਾਫੀ ਸੈਲੀਬ੍ਰਿਟੀਜ਼ ਨੇ, ਉਹਨਾਂ ਦੇ ਡਿਜ਼ਾਈਨ ਇੱਥੋਂ ਜਾਂਦੇ ਨੇ, ਉਹ ਡਿਜ਼ਾਈਨ ਕਰਦੇ ਨੇ ਉਹਨਾਂ ਦੇ ਕੱਪੜੇ ਵੀ। ਸੋ ਫੇਮਸ ਡਿਜ਼ਾਈਨਰ ਨੇ, ਇਹਦੇ ਨਾਲ ਨਾਲ ਇੱਕ ਬਹੁਤ ਅੱਛੀ ਔਰ ਬਿਜ਼ਨਸਮੈਨ ਫੈਮਿਲੀ ਤੋਂ ਬਿਲੋਂਗ ਕਰਦੇ ਨੇ। ਕਿਉਂ ਉਹਨਾਂ ਨੇ ਆਪਣਾ ਅਲੱਗ ਤੋਂ ਹੀ ਪ੍ਰੋਫੈਸ਼ਨ ਚੁਣਿਆ, ਜਿਹੜੀ ਹੌਬੀ ਸੀ ਉਹਨੂੰ ਪ੍ਰੋਫੈਸ਼ਨ ਬਣਾਇਆ, ਔਰ ਹੁਣ ਲਾਈਫ ਕਿੱਦਾਂ ਦੀ ਜਾ ਰਹੀ ਹੈ, ਕੀ ਕੁਝ ਪੂਰੀ ਰੂਟੀਨ ਰਹਿੰਦੀ ਹੈ, ਸਭ ਕੁਝ ਜਾਣਾਂਗੇ ਅਸੀਂ ਨਿਧੀ ਸਰਦਾਨਾ ਦੇ ਕੋਲ। ਮੈਮ ਬਹੁਤ ਬਹੁਤ ਵੈਲਕਮ ਤੁਹਾਡਾ ਦੈਨਿਕ ਸਵੇਰਾ ਦੇ ਉੱਪਰ। ਥੈਂਕ ਯੂ। ਅੱਛਾ, ਤੁਸੀਂ ਇੰਨੇ ਫੇਮਸ ਡਿਜ਼ਾਈਨਰ ਹੋ, ਹੈ ਨਾ, ਬਟ ਤੁਹਾਡਾ ਨੇਚਰ, ਮੈਨੂੰ ਆਪਾਂ ਪਹਿਲਾਂ ਵੀ ਗੱਲਬਾਤ ਕੀਤੀ ਹੈ, ਬਹੁਤ ਡਿਫਰੈਂਟ ਲੱਗਾ, ਹੈ ਨਾ। ਬਹੁਤ ਮਤਲਬ ਸਿੰਪਲੀਸਿਟੀ ਵੀ ਹੈ, ਸਟਾਈਲਿਸ਼ ਤਾਂ ਤੁਸੀਂ ਹੋ, ਬਟ ਸਿੰਪਲੀਸਿਟੀ ਵੀ ਬਹੁਤ ਜ਼ਿਆਦਾ ਹੈ। ਮੈਨੇਜ ਕਿੱਦਾਂ ਹੁੰਦੀਆਂ ਦੋਵੇਂ ਚੀਜ਼ਾਂ? ਮੇਰੀ ਮਦਰ ਹਮੇਸ਼ਾ ਮੈਨੂੰ ਕਹਿੰਦੇ ਸੀ ਦੈਟ ਤੁਹਾਡਾ ਅਪੀਅਰੈਂਸ, ਤੁਹਾਡਾ ਪਰਸੋਨਾ, ਤੁਸੀਂ ਜਿਸ ਘਰ 'ਚ ਜਾਂਦੇ ਹੋ, ਉਹ ਦੈਟਸ ਗॉड ਗਿਫਟ। ਜੋ ਅਸਲੀਅਤ ਹੈ ਤੁਹਾਡੀ ਉਹ ਹੈ ਕਿ ਤੁਹਾਡੀ ਖੁਦ ਦੀ ਨੇਚਰ ਕੈਸੀ ਹੈ। ਤੁਸੀਂ ਆਪਣੇ ਅਗਰ ਭਗਵਾਨ ਜੀ ਨੇ ਤੁਹਾਨੂੰ ਬਰਕਤ ਦਿੱਤੀ ਹੈ, ਤੁਸੀਂ ਉਹਨੂੰ ਕਿਸ ਤਰ੍ਹਾਂ ਸੇ हैंडल करते हो एंड किस तरह से कंपैशनेटली लोगों के साथ ट्रीट करते हो। तो बस उसी तरह से आई हैव ऑलवेज बीन लाइक दिस, हमेशा कंपैशनेट, काइंड। ਬਿਜ਼ੀ ਰਹਿੰਦੇ ਹੋ ਪੂਰਾ ਦਿਨ, ਹੈ ਨਾ, ਫੈਮਿਲੀ ਨੂੰ ਟਾਈਮ ਕਿੱਦਾਂ ਦਿੰਦੇ ਹੋ, ਰੂਟੀਨ ਕੀ ਰਹਿੰਦੀ ਹੈ? ਸੋ ਟਿਪਿਕਲੀ ਆਈ ਹੈਵ, ਮੇਰਾ ਇੱਕ ਬੇਟਾ ਹੈਗਾ 12 ਸਾਲ ਦਾ, ਸੋ ਹੀ ਇਜ਼ ਮਾਈ ਵਰਲਡ। सो फर्स्ट आई एम एन एंटरप्रेन्योर, मेरे को मेरा काम बहुत पसंद है, बट मेरे लिए सबसे इम्पॉर्टेंट बात ये है कि आई शुड बी अ गुड मदर। सो आई फोकस, मैं बहुत उनके लिए देखती हूँ, मैं अपने बेटे ਨੂੰ बहुत टाइम ਦਿੰਦੀ ਹਾਂ, ਉਹਦੇ ਨਾਲ ਮੈਂ ਉਦੋਂ ਪੜ੍ਹਾਉਂਦੀ ਹਾਂ ਤੇ ਅਦਰਵਾਈਜ਼ ਐਕਟੀਵਿਟੀਜ਼ ਲਾਈਕ ਵੀ ਪਲੇ ਸਪੋਰਟਸ ਟੂਗੇਦਰ, ਕਦੇ ਕ੍ਰਿਕਟ ਤੇ ਕਦੇ ਸਾਈਕਲਿੰਗ ਐਂਡ ਆਲ ਆਫ ਦੈਟ। and with my child, after that I'm like, when he's in school, जब वो अपने स्कूल ਦੀ पढ़ाई कर रहा ਹੁੰਦਾ है ऑनलाइन आजकल, तो I am at work। मेरा ਇੱਥੇ ਕਾਰਖਾਨਾ ਹੈਗਾ where my embroiders and my tailors वो सब बैठते ਨੇ। सो ਉੱਥੇ मैं जाकर सारा काम समझाती हैं and all that। then फिर मेरे clients ਆਉਂਦੇ ਨੇ, तो मैं ਉਹਨਾਂ ਨੂੰ ਮਿਲਦੀ ਹਾਂ।
but my husband comes home for lunch, so I like to be at home at lunch time so that मैं ਉਹਨਾਂ ਨਾਲ ਵੀ ਰਵਾਂ. So I try and juggle. I think ਸਾਰੀ ਕੁੜੀਆਂ we are like that, we multitask. ਬਿਲਕੁਲ ਹੈ ਨਾ ਜੀ. ਸਾਰਾ I ਕੁਝ think ਬੈਲੈਂਸ ਸਾਨੂੰ- ਕਰਕੇ ਚੱਲਦੇ ਨੇ. ਹਾਂ I think ਕੁੜੀਆਂ ਨੂੰ ਸਿਖਾਇਆ ਇਹ ਜਾਂਦਾ ਹੈ ਕਿ you got to multitask, ਹੈ ਨਾ. ਇਹ ਵੀ ਕਰਨਾ ਹੈ ਤੇ ਉਹ ਵੀ ਕਰਨਾ ਹੈ ਤੇ ਸਭ ਨੂੰ ਖੁਸ਼ ਵੀ ਰੱਖਣਾ ਹੈ ਤੇ ਆਪਣਾ ਵੀ ਖਿਆਲ ਰੱਖਣਾ ਹੈ, like that. ਕੋਵਿਡ ਦਾ ਟਾਈਮ ਚੱਲਦਾ ਪਿਆ, ਪਹਿਲਾਂ ਲਾਈਫ ਕੁਝ ਹੋਰ ਤਰ੍ਹਾਂ ਦੀ ਸੀਗੀ, ਹੁਣ ਤੁਹਾਡੇ ਪ੍ਰੋਫੈਸ਼ਨ 'ਚ ਕਿੰਨਾ ਚੇਂਜ ਆਇਆ? Oh my God, बहुत ही ज़्यादा चेंज आ गया. I hope ये ख़त्म होए कोविड, it should be good for all. But नहीं, definitely because the curfew लगने लग गए ने, शादियाँ नहीं हो रही हैं माए, because जिस तरह से मैं काम कर दी हाँ, it's high fashion ਕੁਟਿਓ ਗਾਰਮੈਂਟਸ. ਸੋ ਲੋਕੀ ਸ਼ਾਦੀ ਦੇ ਦਿਨ ਲਈ, ਕਾਕਟੇਲ ਲਈ, ਰਿਸੈਪਸ਼ਨ ਲਈ ਮੇਰੇ ਕੋਲ ਆਉਂਦੇ ਨੇ ਕੱਪੜੇ ਲੈਣ ਲਈ. ਸੋ ਅਬ 50 ਲੋਕਾਂ ਦੀ ਸ਼ਾਦੀ 'ਚ ਨਾ ਕਿੱਥੇ ਕੋਈ ਹੈ ਨਾ. ਹਾਂ, ਗੈਦਰਿੰਗਸ ਕਮ ਹੋ ਗਈ ਨੇ ਤੇ that's why I'm not retailing as much. स्पेशली ये लग्जरी प्रोडक्ट्स है जी, आजकल तो नेसेसिटीज में ही पीपल आर डीलिंग विद, सो थोड़ा लग्जरी प्रोडक्ट्स को तो इफेक्ट हुआ ही है. बट गॉड्स काइंड, अच्छे दिन भी आएंगे, यू नो. वो कहते हैं ना when there's a high there's a low, है ना. तो बस अभी लो चल रहा है तो हाई आना ही है. ਅੱਛਾ, ਆਪਣਾ ਤੁਹਾਡਾ ਇੱਕ ਪਾਰਟਿਕੂਲਰ ਤੁਸੀਂ ਬਹੁਤ ਵੱਡੀ ਕੰਪਨੀ ਚਲਾਉਂਦੇ ਹੋ, ਬ੍ਰਾਂਡ ਹੈ, ਬ੍ਰਾਂਡ ਜੋ ਤੁਹਾਡਾ ਉਹਦੇ ਬਾਰੇ ਦੱਸੋ. So मेरा brand is called Casa di Moda and I deal with जैसे मैंने आपको बताया ethnic wear. ethnic में मतलब थोड़ा fusion, थोड़ा modern touch के साथ. So मेरे कोल जेडी brides आंदी हैं, they are looking for reception outfits or they're looking for cocktail outfits, because wedding लई, wedding day लई they want to be traditional and traditional is not my forte. Okay. ਉਹਦੇ ਇਲਾਵਾ ਜਿਸ ਤਰ੍ਹਾਂ ਸੇ ਮੈਂ ਪਹਿਨੇ ਹੋਏ ਕੱਪੜੇ, ਮੈਂ ਇਸ ਤਰ੍ਹਾਂ ਦੇ ਵੈਸਟਰਨ ਕੱਪੜੇ ਬਣਾਉਂਦੀ ਹਾਂ. ਮੇਰੇ ਕਲਾਇੰਟੇਲ ਬਹੁਤ ਜ਼ਿਆਦਾ NRI ਵੀ ਹੈ ਜੋ ਬਾਹਰ ਮੇਰੇ ਕੱਪੜੇ ਜਾਂਦੇ ਨੇ, ਲੋਕੀ ਇੱਥੇ ਆ ਕੇ ਲੈ ਕੇ ਜਾਂਦੇ ਨੇ, ਬਟ ਟੂ ਲੰਡਨ, ਟੂ ਅਮਰੀਕਾ, ਟੂ ਮਿਲਾਨ. ਸੋ ਆਈ ਹੈਵ ਅ ਟੱਚਵੁੱਡ ਬਿਕੋਜ਼ ਥੋੜਾ ਵੈਸਟਰਨ ਫੀਲ ਹੈ ਮੇਰੇ ਕੱਪੜਾਂ 'ਚ. ਸੋ ਮੇਰੀ ਵੈਸਟਰਨ ਆਡੀਅנס ਵੀ ਬਹੁਤ ਐਕਸੈਪਟ ਕਰਤੀ ਹੈ ਮੇਰੇ ਕੱਪੜੇ ਬਹੁਤ ਆਸਾਨੀ ਸੇ. ਆਮ ਲੋਕਾਂ ਦੇ ਨਾਲ ਨਾਲ ਬਹੁਤ ਸਾਰੀ ਜਿੱਦਾਂ ਬਾਲੀਵੁੱਡ ਦੀਆਂ ਸੈਲਿਬਸ ਆ, ਉਹ ਵੀ ਤੁਹਾਡੇ ਕੱਪੜੇ ਪਾਉਣਾ ਪਸੰਦ ਕਰਦੇ ਆ. ਹਾਂਜੀ, या सीरियल आर्टिस्ट हो गए जी. एंड मैं कुछ अपने थ्रू वर्ड ऑफ माउथ, थ्रू द फिल्म इंडस्ट्री, आई हैव डन अ लिटिल बिट ऑफ क्लोथिंग फॉर देम, वेस्टर्न वेयर एंड ऑल दैट. सो मैं करती रहती हाँ. जैसे स्टार परिवार अवार्ड हो गया, अवार्ड फंक्शंस लाइक गारमेंट्स जाते हैं, यू नो. देन देयर आर दीज बडिंग एक्ट्रेसेस, उनके प्रीमियर्स लई, ऐसे कोई अवार्ड नाइट्स लई. ਬਹੁਤ ਵੱਡੀ ਇੰਡਸਟਰੀ ਹੈ ਫੈਸ਼ਨ ਇੰਡਸਟਰੀ, ਉਹਦੇ ਵਿੱਚ ਐਂਟਰ ਹੋਣਾ ਹੀ ਬਹੁਤ ਮੁਸ਼ਕਿਲ ਹੁੰਦਾ ਆ, ਔਰ ਤੁਸੀਂ ਐਡਾ ਵੱਡਾ ਨਾਮ ਬਣਾਇਆ ਆ. ਕਿੰਨਾ ਡਿਫਿਕਲਟ ਸੀ, ਕਿੱਦਾਂ ਇਸ ਚੀਜ਼ ਨੂੰ ਲਿਆ? यू नो, मैं ना बहुत स्पिरिचुअलिटी में बहुत मानती हूँ. एंड मैं अपने गुरुजी को फॉलो करती हूँ. एंड आई फील कि मैं अपना पर्सनल एक्सपीरियंस से दसा तो मैं ਇੰਨਾ ਐਫਰਟ ਕਰਦੀ ਨਹੀਂ ਆਪਣੇ ਆਪ ਨੂੰ ਐਡਵਰਟਾਈਜ਼ ਕਰਨ ਲਈ ਜਿੰਨਾ ਮੈਨੂੰ ਜਿਸਦਾ ਰਿਵਾਰਡ ਮਿਲ ਜਾਂਦਾ ਹੈ. ਤੋ ਦਿਸ ਆਈ ਫੀਲ ਦੈਟ ਆਈ ਹੈਵ ਮਾਈ ਗੁਰੂ ਔਨ ਮਾਈ ਹੈਡ ਵਾਚਿੰਗ ਆਊਟ ਫॉर मी. ਐਂਡ ਆਪਣੇ ਆਪ ਹੀ ਮਤਲਬ ਮੈਂ ਥੋੜਾ ਜਿਹਾ ਐਫਰਟ ਕਰਦੀ ਹਾਂ, ਮੈਨੂੰ 100% ਰਿਜ਼ਲਟ ਮਿਲਦਾ ਉਹਦਾ. सो ते मैं ऑफ कोर्स कुछ ग्रेटर ही है कोई, कहते हैं ना, जैसे आई फील इट्स माई गुरु जी who looks after me. ਉਹਨਾਂ ਦੀ ਬਲੇਸਿੰਗਸ, ਉਹਨਾਂ ਦੀ ਮਿਹਰ, ਉਹਨਾਂ ਦੀ ਬਲੇਸਿੰਗਸ, ਉਹਨਾਂ ਦੀ ਮਿਹਰ ਹੈਗੀ. ਇਸ ਵਾਲੇ ਟਾਈਮ 'ਚ ਵੀ ਸਾਡੇ ਕੋਲ ਹੈਗੇ ਆਰਡਰ. ਚਲੋ ਉਹਨੇ ਨਹੀਂ ਹੈਗੇ ਜਿੰਨੇ ਪਹਿਲੇ ਹੁੰਦੇ ਸੀ, ਬਟ ਟੱਚ ਵੁੱਡ ਆਲ ਇਜ਼ ਗੁੱਡ, all is going well. स्टॉप नहीं होया, स्टॉप नहीं होया, रूटीन चलती पई है. थोड़ा जैसे लिटिल बिट मैं शिफ्ट करे अपना लाइफस्टाइल, लाइक वर्कशॉप में मैं जितना कोशिश कर दिया मैं अपने लेबरर्स को बाहर प्रोवाइड कर सका एंड ऑल दैट स्टफ. उनको ज़्यादा आना ना पड़े ऑफिस, जितना वो घर से ऑपरेट कर सकें, जो लोग कर सकते हैं. तो हमारे फील्ड बॉयज जाके उन्हें देते हैं सामान, ताकि वो उनकी सेफ्टी के लिए, सारी चीज़ें मैनेज हो जाती हैं. हाँ, नॉट बिकॉज कि मेरा काम खराब हो रहा है या कुछ इस तरह से. अच्छा, ਤੁਹਾਡਾ ਤੁਸੀਂ ਪਹਿਲਾਂ ਤੋਂ ਹੀ ਇਸ ਲਾਈਨ ਵਿੱਚ ਸੀ ਕਿ ਜੇ ਆਫਟਰ ਮੈਰਿਜ ਸ਼ੁਰੂ ਕੀਤਾ? नहीं, मैंने फैशन ही स्टडी करा है. सो आई हैव अ 4 years डिग्री इन फैशन इन कोलैबोरेशन विद पर्ल एकेडमी एंड सेंट मार्टिन्स इन लंदन. सो मेरे को फैशन ही आता है, मैंने बैचलर्स ही फैशन में करा है. So that's all I know, honestly. But no, I've always had a inclination to, मतलब मेरा मन करता है कि मैं डिज़ाइन करा एंड ऑल दैट. फिर मेरी फैमिली ਇੱਥੇ ਬੜੀ ਸਪੋਰਟਿਵ ਸੀਗੀ. ਮੈਨੂੰ ਮੇਰੇ ਇਨ-ਲॉज ਤੋਂ, ਮੇਰੇ ਹਸਬੰਡ ਤੋਂ ਬਹੁਤ ਸਪੋਰਟ ਮਿਲਿਆ, ਕਿਉਂਕਿ ਫੈਮਿਲੀ ਬਿਜ਼ਨਸ ਤਾਂ ਬਿਲਕੁਲ ਅਲੱਗ ਹੈ, ਤਾਂ ਡਿਫਰੈਂਟ ਹੈ ਨਾ, ਔਰ ਤੁਸੀਂ ਇਸ ਸਾਈਡ
ਆਗੇ ਮਤਲਬ ਉਹਦੇ ਲਈ ਸਪੋਰਟ ਦੀ ਤਾਂ ਆਬਵੀਅਸਲੀ ਜ਼ਰੂਰਤ ਸੀਗੀ ਤਾਂ ਹੀ ਪੋਸੀਬਲ ਹੋ ਪਾਇਆ। ਮੇਰੇ इन-लॉज ने खास कर मेरे हस्बैंड ने भी ऑफ कोर्स, पर आई रिमेंबर शुरुआत में मेरे इन-लॉज ने मेरे को बहुत सपोर्ट किया एंड उन्होंने मुझे बोला कि बेटा ऑफ कोर्स फगवाड़ा जैसे शहर में रह रहे हो तो यू वांट दिल लगाना है, कुछ अपना आप में हुनर है वो दिखाओ एंड ऑलवेज हेल्प मी ग्रो। ਜਦੋਂ ਡਿਜ਼ਾਈਨ ਵਾਸਤੇ ਮਨ ਚ ਕਿੱਦਾਂ ਸੋਚਦੇ, ਕਿੱਦਾਂ ਨਵੇਂ ਡਿਜ਼ਾਈਨਸ, ਕਿਉਂਕਿ ਡਿਮਾਂਡ ਤੇ ਹੀ ਨਾ, ਇੱਕ ਲੋਕਾਂ ਨੂੰ ਕੁਝ ਨਵਾਂ ਚਾਹੀਦਾ ਹੈਗਾ, ਡਿਜ਼ਾਈਨਰਸ ਤਾਂ ਬਹੁਤ ਆ ਲੋਕੀ, ਮਤਲਬ ਹਰ ਹਫਤੇ ਹਰ ਰੋਜ਼ ਕੁਝ ਨਵਾਂ ਚਾਹੀਦਾ ਹੈ, ਤਾਂ ਕਿੱਦਾਂ ਇਨੋਵੇਸ਼ਨ ਕੀ ਹੁੰਦੀ ਹੈ? ਸੋ ਮੇਰਾ ਇਹ ਟੇਕ ਮਾਨਣਾ ਹੈਗਾ ਕਿ ਯੂ ਕੈਨ ਨਾਟ ਫੋਲੋ ਟ੍ਰੈਂਡਸ, ਮਤਲਬ ਜਿਹੜਾ ਜੇ ਮਾਰਕੀਟ 'ਚ ਚੱਲ ਰਿਹਾ ਹੈ ਕੰਮ ਐਂਡ ਆਲ ਦੈਟ ਸਟਫ, ਉਹ ਸਿਰਫ ਉਸ ਨੂੰ ਨਾ ਦੇਖਦੇ ਹੋਏ ਅ ਡਿਜ਼ਾਈਨਰ ਸ਼ੁਡ ਫੋਲੋ देयर इंस्टिंक्ट। एक इंस्टिंक्ट होती है जो अंदरों आंदी आवाज जिन्हों कहते हैं। सो आई डिजाइन व्हाट आई थिंक आई कैन डू बेस्ट, ना कि वो चीज़ जो मार्केट च चल रही है, मे बी मार्केट च जेडी चीज़ चल रही है वो मेरे तो नेचुरली नहीं बन पाती, तो वो ही शायद मेरा USP है, क्योंकि पीपल कम टू मी फॉर द काइंड ऑफ क्लोथ आई मेक, है ना, वो ट्रेंड में है नहीं है वो पता नहीं, पर उनको ये पता है कि निधि डिज़ाइन करेगी तो इट विल बी समथिंग विच इज़ आउट ऑफ हर इंस्टिंक्ट। सो आई फील गॉड गिवन होती है इंस्टिंक्ट, है ना, एस्थेटिक्स कहते ने उन्होंने, सो वन शुड जस्ट फॉलो देयर एस्थेटिक्स एंड डू देयर बेस्ट। ਤੁਸੀਂ ਬਣਾਉਂਦੇ ਹੋ ਇੰਡੋ ਵੈਸਟਰਨ ਕਾਈਂਡ ਆਫ ਥਿੰਗਸ ਨਾ, ਮੋਸਟਲੀ a lot of fusion work। ਫਿਊਜ਼ਨ ਵਰਕ। ਇੱਥੇ ਆਪਾਂ ਪੰਜਾਬ 'ਚ, ਤੁਸੀਂ ਫਗਵਾੜਾ 'ਚ ਰਹਿੰਦੇ ਹੋ, ਇੱਥੇ ਕਿੱਦਾਂ ਦੇ ਕਲਾਇੰਟਸ ਕੀ ਡਿਮਾਂਡ ਕਰਦੇ ਆ? ਮੈਂ ਕਹਿੰਦੀ ਹਾਂ ਕਿ ਪੰਜਾਬੀ ਲੋਕ ਤਾਂ ਇੰਨੇ ਫੈਸ਼ਨੇਬਲ ਹੁੰਦੇ, ਮੈਂ ਤੁਹਾਨੂੰ ਦੱਸ ਨਹੀਂ ਸਕਦੀ ਹਾਂ। ਆਈ ਰੀਅਲੀ ਫੀਲ ਦੈਟ ਦੇ ਆਰ ਵੈਰੀ ਅਡੈਪਟਿਵ। ਸੋਨੇ ਤੋਂ ਹੁੰਦੇ ਹੀ ਹੈ ਪੰਜਾਬੀ, ਅਸੀਂ ਸਾਰੇ ਨਾਰਥ ਇੰਡੀਆ, ਭਗਵਾਨ ਜੀ ਦੀ ਬਰਕਤ ਹੈ ਇੱਥੇ, ਬਟ आई फील दैट दे आर वेरी इनटू फैशन। मेरे को लगता है मेरी दिल्ली, बिकॉज मेरा पैदाइश दिल्ली की है, तो आई फील पंजाब के लोग इक्वली फैशनेबल है दिल्ली जितना वो स्टाइलिश ही रहना चाहते हैं, जितना वो एक्सपेरिमेंट करना चाहते हैं, शायद सगों ज़्यादा ही हों पंजाबी, but Punjabi people are also very fashionable, so they're very receptive to my designs। ਜਦੋਂ ਆਪਾਂ ਡਿਜ਼ਾਈਨਸ ਤੁਸੀਂ ਭੇਜਦੇ ਹੋ, ਪਹਿਲਾਂ ਤੁਸੀਂ ਖੁਦ ਆਪਣੇ ਲਈ ਬਣਾਉਂਦੇ ਹੋ, ਫਿਰ ਕਲਾਇੰਟਸ ਵਾਸਤੇ ਬਣਾਉਂਦੇ ਹੋ? ਸੈਂਪਲਸ ਬਣਦੇ ਨੇ ਜੀ, ਹਾਂਜੀ ਸੈਂਪਲਸ ਬਣਦੇ ਨੇ, ਸ਼ੂਟਸ ਹੁੰਦੀਆਂ ਹੈ, ਆਈ ਪੁੱਟ them up, ਇੱਕ ਲੁੱਕ ਬੁੱਕਸ ਜੀ ਕ੍ਰੀਏਟ ਹੁੰਦੀ ਹੈ, ਸੋ ਉਹ ਲੁੱਕ ਬੁੱਕ ਅਸੀਂ ਦਿਖਾਉਂਦੇ ਹਾਂ ਲੋਕਾਂ ਨੂੰ, ਐਂਡ ਦੈਨ ਅਕੋਰਡਿੰਗਲੀ, ਬਿਕੋਜ਼ ਮੇਰਾ काम इज़ एक्सक्लूसिव, सो वी डोंट मेक मल्टीपल, बहुत नंबर नहीं बनते, मतलब एक पीस के 4 पीस 5 पीस से ऊपर बिल्कुल नहीं बनेंगे, है ना कि मल्टीपल पीसेस। सो ਕਿ ਬਹੁਤ ਜ਼ਿਆਦਾ ਮਾਰਕੀਟਿੰਗ ਨਹੀਂ ਕਰਨੀ ਹੁੰਦੀ ਹੈ ਨਾ, ਮਾਰਕੀਟਿੰਗ ਵੀ, ਤੇ ਦੂਜਾ ਤੁਸੀਂ ਮੇਰੇ ਕੋਲ ਆਇਓ, ਤੁਸੀਂ ਐਕਸਕਲੂਸਿਵਿਟੀ ਲੈ ਆਇਓ, ਜੋ ਤੁਸੀਂ ਪਹਿਨਾ ਹੈ ਉਹ ਕਿਸੇ ਹੋਰ ਨੇ ਨਾ ਪਾਇਆ ਹੋਵੇ। ਹਾਂ, ਉਹ ਬਹੁਤ ਹੈਗੀ ਮੇਰੀ ਆਡੀਅנס 'ਚ, ਮੇਰੇ ਜੋ ਕਲਾਇੰਟੇਲ ਹੈ ਉਹ ਇਹੀ ਚਾਹੁੰਦੀ ਕਿ ਜੋ ਉਹ ਪਾ ਰਹੇ ਹੈ ਬਸ ਉਹਨਾਂ ਨੇ ਪਾਇਓ, ਸੋ ਵੀ ਟਰਾਈ ਐਂਡ ਡੂ ਦੈਟ, ਐਂਡ ਵਾਈ ਨਾਟ। ਲੋਕੀ ਤੁਹਾਡੇ ਡਿਜ਼ਾਈਨ ਤਾਂ ਬਾਅਦ 'ਚ ਦੇਖੋਗੇ, ਪਹਿਲਾਂ ਤੁਸੀਂ ਕਿੱਦਾਂ ਦੇ ਉਹ ਦੇਖਦੇ ਹੋ ਤੁਹਾਡੇ ਕਲਾਇੰਟਸ, ਹੈ ਨਾ, ਸੋ ਤੁਸੀਂ ਬਹੁਤ ਫਿਟਨੈਸ ਦਾ ਵੀ ਸਾਨੂੰ ਰਾਜ਼ ਦੱਸੋ ਕਿ ਤੁਸੀਂ ਬਿਲਕੁਲ ਫਿਟ, ਹੈ ਨਾ, ਪਹਿਲਾਂ ਖੁਦ ਨੂੰ ਫਿਟ ਰੱਖਣਾ ਪੈਂਦਾ ਹੈ, ਖੁਦ ਫੇਸ ਤੇ ਉਹ ਗਲੋ, ਉਹ ਚਾਰਮ ਹੋਵੇ, ਫਿਰ ਤੁਸੀਂ ਕਿਸੇ ਦੂਸਰੇ ਨੂੰ ਆਪਣਾ ਡਿਜ਼ਾਈਨ ਸ਼ੋ ਕਰੋਗੇ। ਹਾਂਜੀ, ਫਿਟਨੈਸ ਲਈ ਤੇ ਆਈ ਥਿੰਕ ਆਈ ਈਟ ਸੈਂਸਿਬਲ, ਬਹੁਤ ਤਾਂ ਹੁਣ ਤੇ ਐਵਰੀਬਡੀ ਇਜ਼ ਕੌਨਸ਼ੀਅਸ ਆਫ, ਸਪੈਸ਼ਲੀ ਕਰੋਨਾ ਦੇ ਬਾਅਦ ਤੇ ਜ਼ਿਆਦਾ ਹੀ ਹੋ ਗਏ ਲੋਕੀ ਕੌਨਸ਼ੀਅਸ, you know you have to keep yourself internally healthy, ਤੇ ਥੋੜਾ ਫਿਟਨੈਸ ਰੂਟੀਨ ਹੈਗਾ ਮੇਰਾ, I work out like so many people, I work out every day, about not every day, I would say about 5 times a week, I work out 5 times a week। ਕੋਈ ਹੋਰ ਵਿਸ਼ ਹੈ ਕਿ ਹੋਰ ਕਿੱਥੇ ਤੱਕ ਕੰਮ ਨੂੰ ਲੈ ਕੇ ਜਾਣਾ, ਜਾਂ ਇੰਨੀ ਕੀ ਹੌਬੀ ਦੀ ਤਰ੍ਹਾਂ ਹੀ ਰੱਖਣਾ ਹੈ? ਨਹੀਂ, I definitely want to increase my work, and ਹੁਣ ਮੇਰਾ ਬੇਟਾ ਹੁਣ ਇੰਟਰਨੈਸ਼ਨਲ ਸਕੂਲ ਚਲਾ ਗਿਆ ਹੈ ਬੈਂਗਲੌਰ, ਤੇ ਕਰੋਨਾ ਜਦ ਖਤਮ ਹੁੰਦਾ ਹੈ ਤੇ he'll start to boarding, so like I said, ਮੇਰਾ ਪਹਿਲਾ ਪ੍ਰਾਇੋਰਟੀ ਸੀ ਕਿ be a hands on mother और look after him। ਹੁਣ ਮੈਂ ਆਪਣੀ ਉਹ ਡਿਊਟੀ ਖਤਮ ਤਾਂ ਨਹੀਂ ਕੀਤੀ ਹੈ, ਬਟ ਯਾ ਨਾਓ ਉਹ ਬੋਰਡਿੰਗ 'ਚ ਹੋਏਗਾ ਤਾਂ ਬੱਚੇ ਵੱਡੇ ਹੋ ਕੇ ਖੁਦ ਮੈਨੇਜ ਕਰ ਸਕਦੇ, ਰਾਈਟ, ਹੁਣ ਜ਼ਿਆਦਾ ਫੋਕਸ ਆਪਣੇ ਕੰਮ ਤੇ ਹੋ ਆਪਣੇ ਕੰਮ 'ਚ ਕਰਾਂਗੀ, ਐਂਡ ਮੇਰਾ ਏਮ ਯਹੀ ਹੈ that I want to take my work abroad।
मेरे को लगता है कि जिस तरह से मेरा और वहाँ अप्रिशिएशन भी बहुत मिलती है मुझे. So I want to consider supplying to London, consider supplying to Milan very very seriously. ਜਿਹੜੇ ਮੋਸਟਲੀ ਡਿਜ਼ਾਈਨਸ ਹੁੰਦੇ ਕਾਫੀ ਡਿਫਰੈਂਟ ਹੈ, ਉਹ ਕਿੱਥੋਂ ਦੇ ਫੈਸ਼ਨ ਤੋਂ ਇਨਸਪਾਇਰਡ ਹੁੰਦੇ? there are basically that fashion week तो तुसी ਇੱਥੇ ਵੀ ਹੁੰਦੇ ਤੁਹਾਨੂੰ ਪਤਾ ਹੀ ਹੈ. Similarly fashion weeks happen all across the world. So the Paris Fashion Week, so I love seeing my work all over. I mean seeing work of fashion weeks all over, get slight inspiration from there ताकि पता रहे कि ਕੀ ਹੋ ਰਿਹਾ ਹੈ ਬਾਹਰਲੇ ਮਾਰਕੀਟ 'ਚ. But like I said, ਦੇਖੋ ਸਭ ਕੁਝ ਬਣਾਓ ਉਹ ਜੋ ਤੁਹਾਡੇ ਮਨ ਨੂੰ ਕਰਦਾ ਹੈ, ਜੋ ਤੁਹਾਡੇ ਤੋਂ ਅੰਦਰੋਂ ਨਿਕਲਦਾ है. सो दैट्स व्हाट आई ट्राई एंड डू. मेरे मन से जो डिज़ाइन आता है मैं वो बनाती हूँ. ਤੁਸੀਂ ਕਲਾਇੰਟਸ ਵਾਸਤੇ ਤਾਂ ਡਿਮਾਂਡ ਦੇ ਅਕੋਰਡਿੰਗ ਬਣਾਉਂਦੇ ਹੋਵੋਗੇ, ਹੈ ਨਾ? ਤੁਹਾਨੂੰ ਪਰਸਨਲੀ ਕਿਹੋ ਜਿਹੇ ਡਿਜ਼ਾਈਨਸ ਪਸੰਦ ਆ ਜਿਹੜੇ ਤੁਸੀਂ ਖੁਦ ਪਹਿਨਣਾ ਪਸੰਦ ਕਰਦੇ? पर्सनली लाइक आई सैड आई थिंक मेरा थोड़ा ਔਰਾ ਇਹੋ ਜਿਹਾ ਹੈ ਕਿ ਮੈਂ ਬਹੁਤ ਟ੍ਰੈਡੀਸ਼ਨਲ ਨਾ ਮੈਂ ਖੁਦ ਪਾ ਸਕਦੀ ਹਾਂ. ਮੈਨੂੰ ਸੂਟ ਵੀ ਨਹੀਂ ਕਰਦੇ ਬਹੁਤ ਟ੍ਰੈਡੀਸ਼ਨਲ ਕਲੋਥਸ, ਤੇ ਨਾ ਮੈਂ ਖੁਦ ਮੇਰੇ ਤੋਂ ਨੈਚੁਰਲੀ ਬੰਦੇ ਵੀ ਨਹੀਂ ਹੈ. सो लिटिल बिट फ्यूजन वर्क हो गया, थोड़ा वेस्टर्न हिंट हो गई, मिक्स एंड मैच. आई लव डूइंग शॉर्ट सूट्स विद बूट कट पैंट्स. आई लव डूइंग गाउन्स. फिर मैं स्टिच साड़ीज अलग अलग टाइप दियाँ वो सब बहुत पसंद करती हूँ करना. And then I love making corsets. I think corsets are very flattering. मतलब वो बहुत enhance करती है किसी भी प्रकार का बॉडी को, मतलब समेट देती है तुम्हारी बॉडी को. तो मैं corsets बड़े बनाती हूँ with lehengas, with pants, whatever the customer's demand is, drapes. ਆਪਾਂ ਕੰਮ ਦੇ ਬਾਰੇ ਤੁਹਾਡਾ ਆਫਿਸ ਵੀ ਦੇਖਾਂਗੇ ਔਰ ਤੁਹਾਡੇ ਜੋ ਡਿਜ਼ਾਈਨਸ ਨੇ ਉਹ ਵੀ ਦੇਖਾਂਗੇ, ਪਰ ਉਸ ਤੋਂ ਪਹਿਲਾਂ ਥੋੜਾ ਆਪਾਂ ਫੈਮਿਲੀ ਬਾਰੇ ਜਾਣਨਾ ਚਾਹਾਂਗੇ. ਫੈਮਿਲੀ ਕਿਵੇਂ ਮੈਨੇਜ ਹੁੰਦੀ ਆ, ਕੌਣ ਫੈਮਿਲੀ ਦੇ ਵਿੱਚ ਹੈ, ਹਾਂਜੀ, ਹਨਾ? ਉਹਦੇ ਕਿੱਦਾਂ ਚੀਜ਼ਾਂ ਮੈਨੇਜ ਕਰਦੇ ਹੋ, ਕਿੱਦਾਂ ਸਪੋਰਟ ਮਿਲਦੀ ਹੈ, ਰੂਟੀਨ ਕੀ ਰਹਿੰਦੀ ਫੈਮਿਲੀ ਦੇ ਨਾਲ? Okay, so we all are working in our family. I live with my mother-in-law and my younger brother-in-law and bhabhi. And so हमारे घर में सब काम करते हैं. So in a way it's good. Because after we all typically 9-10 o'clock we go to our respective works. We try and do justice to that, and then we convene for lunch. Like I said कि lunch चे because boys आते हैं घर, so we like to वो कहते हैं ना a family that eats together stays together. से ਅਸੀਂ सारा अपने meals breakfast lunch ਤੇ dinner ਇਕੱਠੇ ਬਹਿ ਕੇ ਕਰਦੇ ਹਾਂ. ਹਾਂਜੀ ਹਾਂਜੀ. ਤੇ ਉੱਥੇ ਵੀ ਐਕਸਚੇਂਜ ਆ ਵਰਡਸ ਕਿ ਇਹ ਹੋਇਆ ਮਤਲਬ ਜੋ ਵੀ ਹੋ ਰਿਹਾ ਹੈ ਆਪਣੀ ਲਾਈਫ ਦਾ ਇੱਕ ਦੂਸਰੇ ਨੂੰ ਦੱਸਦੇ ਐਂਡ ਆਲ ਦੈਟ ਸਟਫ. ਸ਼ਾਮੀ ਵੀ ਗੋ ਫॉर ਵਾਕਸ ਟੁਗੇਦਰ. ਲਾਈਕ ਮੈਂ ਆਈ ਲਾਈਕ ਟੂ ਵਾਕ ਵਿਦ ਮਾਈ ਮਦਰ ਇਨ ਲਾ, ਸੋ ਉਹ ਕਰ ਲਿੱਤਾ ਐਂਡ ਸੋ ਔਨ. So we discuss things as to what's going on. ਉਹ ਵੀ काम करते ਨੇ. So I help मतलब कि बातचीत ही होती है जी, ये हो रहा है मेरे काम 'ਚ, ਤੁਹਾਡੇ काम 'ਚ ਹੋ ਰਿਹਾ ਹੈ, like that. ਅਕਸਰ ਆਪਾਂ ਦੇਖਦੇ ਹਾਂ ਕਿ ਲੋਕਾਂ ਨੇ ਕੁਝ ਬਣਨਾ ਤਾਂ ਘਰੋਂ ਨਿਕਲਣਾ ਪੈਂਦਾ ਹੈ ਨਾ, ਹਾਂਜੀ, ਬਟ ਆਪਾਂ ਫਗਵਾੜਾ 'ਚ ਰਹਿ ਰਹੇ ਹਾਂ, ਇੱਥੋਂ ਰਹਿ ਕੇ ਆਪਾਂ ਇੰਟਰਨੈਸ਼ਨਲ ਲੈਵਲ ਦੇ ਉੱਪਰ ਆਪਣੇ ਡਿਜ਼ਾਈਨਸ ਭੇਜ ਰਹੇ ਹਾਂ, ਹੈ ਨਾ, ਆਪਣਾ ਬਿਜ਼ਨਸ ਵੀ ਹੋ ਰਿਹਾ ਆ. ਤਾਂ ਉਹ ਲੋਕਾਂ 'ਚ ਇੱਕ ਮਿਥ ਆ ਕਿ ਤੁਸੀਂ ਬਾਹਰ ਤੁਹਾਨੂੰ ਨਿਕਲਣਾ ਪੈਂਦਾ, ਪਰ ਤੁਸੀਂ ਘਰ 'ਚ ਰਹਿ ਕੇ ਹੀ ਸਾਰਾ ਕੰਮ ਵੀ ਮੈਨੇਜ ਕਰ ਰਹੇ ਹੋ. ਹਾਂਜੀ ਕਰ ਰਹੇ. So yeah, I mean I think you need to travel, but luckily मेरा काम ऐसा है कि मैं travel तो करना पैंदा है, मैं मानदी हाँ. बट लाइक बारिंग द लॉकडाउन ਨੂੰ ਅਗਰ ਅਸੀਂ ਨਾ ਸੋਚੇ ਮਤਲਬ ਕਰੋਨਾ ਟਾਈਮਸ ਨੂੰ, ਸੋ ਹਾਂ ਵੀ ਯੂਜ਼ ਟੂ ਟਰੈਵਲ 3 to 4 times a year. You need to go and see what's happening and make your मतलब कस्टमर बेस बढ़ाने के लिए, लोगों को अपने सप्लायर्स के पास जाने के लिए वो सब है. बट देन क्रिएटिविटी आई थिंक कम्स फ्रॉम विद इन. तुम्हें पीस चाहिए, तुम्हें कंपोज्ड माइंड चाहिए टू क्रिएट थिंग्स. सो ਉਹ ਮੈਨੂੰ ਮੇਰੇ ਘਰ 'ਚ ਹੀ ਮਿਲਦਾ ਹੈ. ਆਈ ਐਮ ਵੈਰੀ ਹੈਪੀ ਬੀਇੰਗ ਇਨ ਫਗਵਾੜਾ ਐਂਡ ਟਰਾਈਂਗ ਟੂ ਕ੍ਰੀਏਟ ਨਿਊ ਪੀਸਿਸ. ਬਟ ਸਟਾਰਟਿੰਗ ਕਿੱਥੋਂ ਹੋਈ ਸੀ, ਇਨਸਪੀਰੇਸ਼ਨ ਕਿੱਥੋਂ ਮਿਲੀ ਸੀ ਸਭ ਤੋਂ ਪਹਿਲਾਂ? ਘਰ ਦੇ ਵਿੱਚ ਕੋਈ ਹੈ ਫੈਸ਼ਨ ਇੰਡਸਟਰੀ ਦੇ ਵਿੱਚ? well I originally come from a background where my mother उनका export house ਸੀਗਾ. ठीक है. So she had a medium scaled unit and about 100 people worked for her, 100 machines. And तो ਉਹਨਾਂ ਤੋਂ मैं fashion मतलब मैं अपने school time चे भी I used to go to my mother's export house and I would work there and you know so ये सब मेरे को था कि हाँ मुझे fashion designer बनना है. तो उससे मेरे को inspiration मिली कि मुझे fashion field में आना है.
ਬਟ ਵੈਨ ਆਈ ਗੋਟ ਮੈਰਿਡ ਐਂਡ ਮੈਂ ਇੱਥੇ ਆਈ ਫਗਵਾੜੇ ਤੇ ਮੇਰੇ ਫਾਦਰ ਇਨ ਲਾਅ ਨੇ ਮੈਨੂੰ ਬਹੁਤ ਇਨਕਰੇਜ ਕੀਤਾ, ਮੇਰੀ ਮਮਾ ਨੇ ਮੈਨੂੰ, ਮੇਰੀ ਮਦਰ ਇਨ ਲਾਅ ਨੇ ਬਹੁਤ ਇਨਕਰੇਜ ਕੀਤਾ। ਤੇ ਆਈ ਸਟਿਲ ਰਿਮੈਂਬਰ ਮੈਂ ਫਰਸਟ ਐਗਜ਼ੀਬਿਸ਼ਨ ਕੀਤੀ ਸੀ ਐਂਡ ਮੇਰੇ ਮਮਾ ਨੇ ਸਾਰੇ ਆਪਣੇ, ਬਿਕੋਜ਼ ਉੱਥੇ ਤਦ ਤੇ ਮੈਂ ਫਗਵਾੜੇ में किसी ਨੂੰ नहीं जानती सी, सो मेरे मामा ने खास सारे अपने फ्रेंड्स को बुलाया, उनकी डॉटर इन लॉज को बुलाया मेरे कपड़े दिखाने के लिए एंड ऑल दैट। एंड येस, मैं अपनी शादी के कपड़े भी खुद ही डिज़ाइन किए सी, मोस्ट ऑफ दैम। सो वॉट हैपन वॉज, बिकॉज दैट टाइम मैं सरोस्की ਲਈ काम करती सी एंड सरोस्की कंपनी ਲਈ, एंड उस टाइम हम बनाते सी वेडिंग अटायर्स विद दो सरोस्की क्रिस्टल्स। सो वी डिड इट फॉर रोहित बाल एंड रितु बेरी एंड ऑल दैट, ऐसे बड़े डिज़ाइनर्स ਲਈ। सो क्योंकि वो कलेक्शंस हम लोगों ने कोलैबोरेट करके बनाई थी इन डिज़ाइनर्स के साथ, तो आई गॉट द सेम लहंगास डन फॉर माई सेल्फ। तो ਜਿਹੜਾ ਮੇਰਾ ਵੈਡਿੰਗ ਲਹਿੰਗਾ ਸੀ ਉਹ ਵੀ ਮੇਡ ਫॉर ਰੋਹਿਤ ਬਾਲ, ਤੇ ਬਿਕੋਜ਼ ਸਿਰੋਸਕੀ had made it, I had the same replicated for myself and I wore that lehenga for my, so it got a lot of attention, my clothes। so then people वो चाहते थे कि अच्छा आप इतने सोने कपड़े बनाते साढ़े लिए भी बनाओ, so it was easy। but yes, my father-in-law was undoubtedly very very encouraging for my work, whether it was getting a workshop for me or whether it was establishing मेरे कारीगरों को कैसे उनके क्वार्टर्स बना के देने, कैसे रहेंगे वो, क्या होएगा। शुरुआत में तो यू नो स्टेपिंग स्टोन जिसको कहते हैं, तो उन्होंने बहुत मेरी मदद करी मेरा फैक्ट्री इस्टेब्लिश करने में। मतलब आफ्टर मैरिज फुल सपोर्ट इत्थों भी मिली, बहुत इसलिए ਆਪਾਂ ਇੰਨਾ ਕੁਝ ਕਰ बिल्कुल ਸਕੇ। बिल्कुल बिल्कुल बहुत सपोर्ट मिली फ्रॉम बोथ माय इन-लॉज। ਤਾਂ ਜਿਹੜੇ ਡਿਜ਼ਾਈਨਸ ਹੁੰਦੇ ਨੇ ਉਹਨਾਂ ਦੇ ਫੈਬਰਿਕ ਵੀ ਥੋੜੇ ਡਿਫਰੈਂਟ ਹੁੰਦੇ ਆ, ਟੈਕਸਚਰ ਡਿਫਰੈਂਟ ਹੁੰਦਾ So ਸਾਰਾ all ਕੁਝ। my fabric is imported. I don't buy any Indian fabric. It comes from Dubai Okay. or from Hong Kong. And otherwise now I've been also getting a few fabrics from Singapore because trade is easy to, it's easier to come। so Singapore fabrics are slightly more expensive, but फिर भी हाले माहौल ऐसा है। but दिल्ली च supplier बैठे हुए ने ਜਿਹੜੇ ਲਾਂਦੇ हैं बाहरों कपड़े। so my fabrics only come from abroad। ਕੀ ਅਲੱਗ ਕੀ ਹੁੰਦਾ ਉਸ ਫੈਬਰਿਕ ਦੇ ਵਿੱਚ? you know they're blended। so एक तो स्पेशली फॉर वेस्टर्न, जिस तरह से जैसे मैंने हुने पाया हुआ ਇਹਦੇ 'ਚ ਲੈਦਰ ਦੀ ਸਟ੍ਰਾਈਪਸ ਚੱਲ ਰਹੀਆਂ। ਸੋ ਇਹੋ ਜਿਹੇ ਕੱਪੜੇ ਇੱਥੇ ਪ੍ਰੋਡਿਊਸ ਹੀ ਨਹੀਂ ਹੁੰਦੇ, you know Indian market ਦੇ ਲਈ ਨਹੀਂ ਹੈਗੇ ਤੇ ਸਪੈਸ਼ਲੀ ਫॉर ਮਾਈ ਵੈਸਟਰਨ ਵੇਅਰ I look for fabrics from abroad, है ना जी। बाकी of course for ethnic, like even my sarees and all, it all happens, even my sarees and everything, they all happen on this fabric which is which has, it has a flow, it मतलब उसमें ना लचक बहुत होंदी है ते ਜਿਹੜੀ ਸ਼ੀਨ ਹੁੰਦੀ ਹੈ, तो ਉਹ ਸਿੰਪਲ ਜਾਰਜੇਟ ਕ੍ਰੇਪਾਂ 'ਚ ਨਹੀਂ ਆ ਸਕਦੀ ਉਹ ਸ਼ੀਨ ਨਾ ਉਹ ਲਚਕ। so we try and I try and get fabrics from abroad because of that। ਅੱਛਾ, ਅੱਜ ਕੱਲ ਸਿਰਫ ਇਦਾਂ ਨਹੀਂ ਹੁੰਦਾ ਕਿ ਤੁਸੀਂ ਇੱਕ ਪੀਸ ਡਿਜ਼ਾਈਨ ਕੀਤਾ ਤੇ ਤੁਸੀਂ ਤੁਹਾਨੂੰ ਪੂਰੀ ਲੁੱਕ ਪ੍ਰੋਡਿਊਸ ਕਰਨੀ ਪੈਂਦੀ ਆ, ਉਹਦੇ ਲਈ ਤੁਹਾਨੂੰ ਜੁਐਲਰੀ ਨਾਲ ਕੀ ਜਾਏਗੀ, ਸ਼ੂਜ਼ ਕਿੱਦਾਂ ਦੇ ਜਾਣਗੇ, ਤਾਂ ਉਹ ਚੀਜ਼ਾਂ ਕਿੱਦਾਂ ਡਿਸਾਈਡ ਹੁੰਦੀਆਂ? So I don't, for my NRI clients I have mere tie-ups again with some jewelers and all, मतलब not personal tie-ups like that, but I suggest them because ਬਾਹਰੋਂ ਜਬ ਲੋਕੀ ਆਉਂਦੇ ਉਹਨਾਂ ਨੂੰ ਪਤਾ ਹੀ ਨਹੀਂ ਕਿੱਥੇ ਜਾ ਕੇ ਅਸੀਂ jewelry pick ਕਰੀਏ, ਕਿੱਥੋਂ ਕੀ ਮਿਲੇਗਾ। तो I always have, I love to encourage people and I love to encourage my friends, even makeup artist हो गए कितने भी। so and I feel like a woman should always empower a woman। ਸੋ ਮੇਰੇ ਕੋ ਬਹੁਤ ਹੈ ਵੂਮਨ ਇੰਪਾਵਰਮੈਂਟ का, ਤੇ ਮੈਂ ਹਮੇਸ਼ਾ ਆਪਣੀ ਫਰੈਂਡਸ ਦਾ ਰੈਫਰੈਂਸ ਦਿੰਦੀ ਹਾਂ ਜਿਹੜੀ ਜੂਲਰੀ ਕਰ ਰਹੀਆਂ ਜਾਂ ਜਿਹੜੀ ਮੇਕਅਪ ਕਰ ਰਹੀਆਂ ਜਾਂ ਜਿਹੜੀ ਸਟਾਈਲਿਸਟ ਹੈਗੀਆਂ ਕਿ ਯੂ ਨੋ ਬਿਕੋਜ਼ ਸਟਾਈਲਿਸਟ ਕੈਨ ਆਲਸੋ ਹੈਲਪ ਯੂ ਕੰਪਾਈਲ ਐਂਟਾਇਰ ਟਰੂਜ਼ੋ। सो उस तरह से I give them the reference and I always encourage other people। ਫੈਸ਼ਨ ਇੰਡਸਟਰੀ ਚ ਆਉਣ ਦੇ ਵਾਸਤੇ ਕੈਪੇਬਿਲਿਟੀ ਕੀ ਚਾਹੀਦੀ ਹੁੰਦੀ ਹੈ? केपेबल तो मेरे को लगता है एवरी पर्सन इज एबल एंड केपेबल, ऐसी बात नहीं है। एंड बस इंस्टिंक्ट चाहिए टू अनु फ्लेयर, एक होता है फैशन फ्लेयर, यू हैव टू हैव द फ्लेयर फॉर फैशन। इफ यू हैव इट, तुसी पढ़ाई कितनी है नहीं कितनी और नहीं मैटर करता, वो मैटर करता है कि तुम्हें कंपाइल करना है आता है कि नहीं आता, ਤੁਹਾਡੀ ਕ੍ਰੀਏਟੀਵਿਟੀ ਨੂੰ ਯੂਜ਼ ਕਰਨਾ ਆਉਂਦਾ ਹੈ ਕਿ ਨਹੀਂ? ਐਬਸੋਲੂਟਲੀ। ਹੁਣ ਆਪਾਂ ਚੱਲਦੇ ਹਾਂ ਡਿਜ਼ਾਈਨ ਦੇਖਣ ਚੱਲਦੇ ਹਾਂ। ਚਲੋ।
ਫਾਈਨਲੀ ਆਪਾਂ ਆ ਗਏ ਹਾਂ ਨਿਧੀ ਮੈਮ ਦੀ ਜੋ ਡਿਜ਼ਾਈਨ ਕਲੈਕਸ਼ਨ ਹੈ ਉਹ ਦੇਖਣ ਦੇ ਵਾਸਤੇ। ਮੈਮ ਪਹਿਲਾਂ ਤਾਂ ਜੋ ਤੁਸੀਂ ਸ਼ੋਅ ਕੀਤਾ ਹੋਇਆ ਇਹਦੇ ਬਾਰੇ ਦੱਸੋ। ਦੋ ਡਰੈਸਸ ਨੇ This is ਬਹੁਤ like a pretty gown and Okay. fully embellished, and then we have tassels like this, you know, so that ये typically जैसे कॉकटेल में किसी के भाई की शादी की कॉकटेल हो गई या कुछ उस तरह की लुक बनाई है हमने। सो ये है Like एथनिक that. वेयर बट वेस्टर्न स्टाइल। हाँ जी, absolutely, absolutely, and this is more like a आजकल wedding shoots बड़ी होती हैं, so you know then they want something with a drama, तो ये wedding shoot से related dress बनाई है हमने कि this is कि जैसे people wear it for a wedding shoot kind of a thing। अच्छा कलेक्शन बहुत Then- ज़्यादा है, इसमें से आपकी फेवरेट थोड़ी दिखा दो हमें। This is one of my favorite pieces, ओके you know, I feel this is quite elaborate and pretty again, very versatile, very wearable। इसके साथ gloves हैं, इसकी That स्लीव्स you नहीं है can- लेकिन हाँ। अलग से ग्लव्स हैं। there are gloves that go with this like that you wear, and पीछे इसके trail है। So there's a trail that follows Okay. at the back. So when you wear it, because it's camouflaging as well, because some girls, you know, they don't want to show their body off that much. उनको चाहते हैं कि मतलब stylish भी लगे, yet comfortable भी हो, तो Comfortable front भी। से है and back से। इस ਤੇ तरह। ਇਹ ਵਾਲੀ ਤੁਸੀਂ ਕਿਹਦੇ ਵਾਸਤੇ ਡਿਜ਼ਾਈਨ ਕੀਤੀ ਸੀ? ਖੁਦ ਦੇ ਵਾਸਤੇ ਜਾਂ ਕਿਸੇ ਕਲਾਇੰਟ ਦੇ ਵਾਸਤੇ? No, this is actually part of the samples, and I'm Okay. making this for a girl, and it's going to Bombay. ਓਕੇ This design right now. ਤੇ ਇਹਦੇ ਵਿੱਚ ਹੋਰ ਸਪੈਸ਼ਲ ਕੀ ਆ? ਫੈਬਰਿਕ ਦੇ ਵਿੱਚ ਸਪੈਸ਼ਲ ਕੀ ਆ? See, ਡਿਜ਼ਾਈਨ we use fabrics like sequins. Again, I'm saying जैसे ये normal typical कपड़ा बेस का ना लेकर, तो हम इस तरह का sequins कपड़ा लेते हैं, and इसमें you know then we put coat fusing on it, and then this embroidery is appliqued on this. मतलब embroidery अलग हुई है and piece अलग बना है, and फिर ये embroidery उसके ऊपर लगाई गई है। This is something I learned from my work when I started supplying abroad. बाहर के लोग इस तरह का ही काम लेते हैं। मतलब पहले तो हम पहले में नॉर्मली कढ़ाई तुम कपड़े पे ही कर देते हो, हाँ। वो नहीं होता। कपड़े पे अलग से कढ़ाई होती है, कपड़ा अलग से बनता है, फिर उसके ऊपर चिपकाया जाता है कढ़ाई। ਇਦਾਂ ਚ ਕੋਈ ਪਾਰਟਿਕੂਲਰ ਇੰਡੀਅਨ ਵੇਅਰ ਹੋਵੇ ਜਿੱਦਾਂ ਆਪਣੇ ਕੱਪੜੇ ਹੁੰਦੇ ਵਿਆਹ ਸ਼ਾਦੀ ਵਿੱਚ ਪਾਉਣ ਵਾਲੇ, ਮੈਰਿਜ ਵਿੱਚ ਪਾਉਣ ਵਾਲੇ, ਕੋਈ ਲਹਿੰਗਾ ਚੋਲੀ ਕਾਈਂਡ ਆਫ ਕੋਈ ਹੈ ਡਿਜ਼ਾਈਨ ਇਹਨਾਂ ਦੇ ਵਿੱਚੋਂ? लहंगा चोली तो मैं ਤੁਹਾਨੂੰ ਦਿਖਾਇਆ ਸੀਗਾ ਇੱਥੇ। I think the lehenga. Right now, this is the lehenga we have that I just showed you. And what I was going to show is that when I talk about something typical, I have something like this. To me, this is typical, where it's a short suit. It's fully worked out, front and back. ये front का ये back का। ਇਟਸ ਅ ਪਲਾਜ਼ੋ ਸੂਟ। नहीं जी, balloon pants. ਓਕੇ ਬੈਲੂਨ ਪੈਂਟਸ। There's not balloon pants हैं। ਲਾਈਕ एवरीथिंग इज सो डिफरेंट। ਜੋ ਵੀ ਡਿਜ਼ਾਈਨ ਉਹਨਾਂ ਨਾਲ ਇਦਾਂ ਨਹੀਂ ਹੋਊਗਾ ਕਿ ਜੇ ਤੁਹਾਨੂੰ ਸੂਟ ਲੱਗ ਰਿਹਾ ਦੇਖਣ ਦੇ ਮੇਰੇ ਵਿੱਚ ਕੋਲ ਤਾਂ ਆਂਦੇ ਪਾਰਟਿਕੂਲਰ ਹੀ ਸੂਟ ਲੋਕ ਹੋਏ। ਤਦੇ ਹੈ ਕਿ ਉनको ਡਿਫਰੈਂਟ चाहिए ਜੋ ਤੁਸੀਂ ਹੋਰ ਸ਼ਾਪਸ ਲਈ ਹੁੰਦਾ ਹੈ ਜਾਂ ਹੋਰ ਲੋਕਾਂ ਦੇ ਕੋਲ ਬੰਦਾ ਹੈ ਉਹ ਮੇਰੇ ਕੋਲ ਮਿਲਦਾ ਹੀ ਨਹੀਂ ਹੈ। ਸੋ ਇਸ ਲਈ ਦਿਸ ਜਿਹੜੇ ਤੁਹਾਡੇ ਕਲਾਇੰਟ ਹੁੰਦੇ ਉਹ ਵੀ ਸਿਲੈਕਟਡ ਜੇ ਹੁੰਦੇ ਆ ਤੇ ਉਹਨਾਂ ਦੇ ਵਾਸਤੇ ਸਿਲੈਕਟਡ ਜੇ ਪੀਸਿਸ ਹੀ ਤੁਸੀਂ ਡਿਜ਼ਾਈਨ ਕਰਦੇ ਹੋ। ਬਿਲਕੁਲ ਜੀ, ਬਿਲਕੁਲ। ਅਸੀਂ ਢੇਰ ਸਾਰੀਆਂ ਗੱਲਾਂ ਕੀਤੀਆਂ ਨਿਧੀ ਮੈਮ ਦੇ ਨਾਲ, ਉਹਨਾਂ ਦੀ ਖੂਬਸੂਰਤ ਜਿਹੀ ਕਲੈਕਸ਼ਨ ਵੀ ਦੇਖੀ। ਆਈ ਹੋਪ ਕਿ ਤੁਸੀਂ ਇਦਾਂ ਹੀ ਅੱਗੇ ਫੈਸ਼ਨ ਇੰਡਸਟਰੀ 'ਚ ਨਾਮ ਬਣਾਉਂਦੇ ਰਹੋ, ਆਪਣੇ ਇਨੋਵੇਟਿਵ ਜਿਹੜੇ ਤੁਹਾਡੇ ਡਿਜ਼ਾਈਨਸ ਨੇ ਉਹ ਬਹੁਤ ਸਾਰੇ ਲੋਕਾਂ ਤੱਕ ਪਹੁੰਚਣ ਤੇ ਹੋਰ ਵੀ ਦੇਸ਼ਾਂ ਵਿਦੇਸ਼ਾਂ ਦੇ ਤੁਸੀਂ ਬਹੁਤ ਵੱਡਾ ਨਾਮ ਕਰੋ। ਥੈਂਕ ਯੂ ਸੋ ਮਚ, ਤੁਸੀਂ ਸਾਨੂੰ ਆਪਣਾ ਟਾਈਮ ਦਿੱਤਾ ਤੇ ਆਈ ਹੋਪ ਕਿ ਤੁਸੀਂ ਅੱਗੇ ਵੀ ਇਦਾਂ ਹੀ ਆਪਣੀ ਲਾਈਫ ਇੰਜੋਏ ਕਰਦੇ ਰਹੋਗੇ ਤੇ ਹੋਰਾਂ ਵਾਸਤੇ ਇਨਸਪੀਰੇਸ਼ਨ ਵੀ ਬਣੋਗੇ। ਥੈਂਕ ਯੂ ਸੋ ਮਚ। ਥੈਂਕ ਯੂ। ਸੋ ਇਹ ਸੀ ਵੈਰੀ ਟੈਲੈਂਟਡ ਔਰ ਵੈਰੀ ਗੋਰਜੀਅਸ ਨਿਧੀ ਸਿਧਾਨਾ, ਜਿਨ੍ਹਾਂ ਦੀ ਲਾਈਫ ਤੇ ਉਹਨਾਂ ਦਾ ਨੇਚਰ ਵੀ ਉਹਨਾਂ ਦੇ ਡਿਜ਼ਾਈਨਸ ਦੀ ਤਰ੍ਹਾਂ ਬਿਲਕੁਲ ਡਿਫਰੈਂਟ ਔਰ ਬੇਹੱਦ ਖੂਬਸੂਰਤ ਹੈ। ਉਮੀਦ ਹੈ ਤੁਹਾਨੂੰ ਅੱਜ ਦਾ ਐਪੀਸੋਡ ਪਸੰਦ ਆਇਆ ਹੋਵੇਗਾ। ਕੈਮਰਾਮੈਨ ਪਵਨ ਅਤੇ ਜਤਿਨ ਦੇ ਨਾਲ ਹਰਮਨ ਹੇਰ, ਦੈਨਿਕ ਸਵੇਰਾ ਟੀਵੀ, ਫਗਵਾੜਾ।